अच्छा जो ਆਪਾਂ ਲਾਸਟ ਸਟੱਡੀ ਕੀਤਾ ਸੀ ਅਸੀਂ ਸੈਕਸ਼ਨ ਸੀ ਦਾ ਫਸਟ ਪਾਰਟ ਦੇ ਜਿਹੜਾ ਡਿਜ਼ਾਈਨਿੰਗ ਪਾਰਟ ਸੀ ਉਹ ਸਾਰਾ ਕਰ ਲਿਆ ਤੇ ਫੰਕਸ਼ਨ ਡੀਕੰਪੋਜੀਸ਼ਨ ਤੱਕ। ਉਸ ਤੋਂ ਬਾਅਦ ਜਿਹੜਾ ਲਾਸਟ ਇੱਕ ਛੋਟਾ ਜਿਹਾ ਪੈਰਾਗ੍ਰਾਫ ਹੁੰਦਾ ਹੈ ਸਿਸਟਮ ਟੈਸਟਿੰਗ ਐਂਡ ਕੁਆਲਿਟੀ ਅਸ਼ੋਰੈਂਸ ਦਾ, ਉਹ ਆਪਾਂ ਸਟਾਰਟ ਕਰਨ ਲੱਗੇ ਹਾਂ। ਠੀਕ ਹੈ, ਪਹਿਲਾਂ ਅੱਜ ਸਿਰਫ ਆਪਾਂ ਟੈਸਟਿੰਗ ਦੀ ਮੇਨਲੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਇਹਦੇ ਹੌਲੀ ਹੌਲੀ ਟਾਈਪਸ ਬਹੁਤ ਜ਼ਿਆਦਾ ਹੈ ਪਰ ਇਹਨਾਂ ਨੇ ਐਕਸਪਲੇਨ ਨਹੀਂ ਕੀਤੀਆਂ ਹੁੰਦੀਆਂ ਤੁਹਾਡੇ ਸਿਲੇਬਸ 'ਚ। ਇਸ ਕਰਕੇ ਜਿਹੜੀ ਹਰ ਟਾਈਪ ਹੈ ਉਹਨੂੰ ਮੈਂ ਥੋੜ੍ਹਾ ਥੋੜ੍ਹਾ ਤੁਹਾਨੂੰ ਮਤਲਬ ਉਹਦੇ 'ਚ ਕੀ ਇੰਟਰੋਡਕਸ਼ਨ ਜੀ ਕੀ ਹੈ, ਉਹਦਾ ਬੇਸਿਕਸ ਕੀ ਹੈ, ਉਹ ਮੈਂ ਤੁਹਾਨੂੰ ਥੋੜ੍ਹੇ ਥੋੜ੍ਹੇ ਦੱਸਦਾ ਰਹੂੰਗਾ। ਠੀਕ ਹੈ, ਅਤੇ ਆਪਾਂ ਸਟਾਰਟ ਕਰਦੇ ਹਾਂ ਟੈਸਟਿੰਗ ਤੋਂ। ਠੀਕ ਹੈ, ਟੈਸਟਿੰਗ ਹੁਣ ਤੁਹਾਡੀ ਹੁੰਦੀ ਹੈ ਕੋਡਿੰਗ ਤੋਂ ਬਾਅਦ। ਪਹਿਲਾਂ ਆਪਾਂ ਕੋਡਿੰਗ ਕਰਦੇ ਹਾਂ। ਕੋਡਿੰਗ ਦਾ ਕੋਈ ਚੈਪਟਰ ਨਹੀਂ ਹੁੰਦਾ ਇਹਦੇ ਵਿੱਚ ਕਿਉਂਕਿ ਕੋਡਿੰਗ ਮੀਨਸ ਕਿ ਤੁਸੀਂ ਪ੍ਰੋਗਰਾਮਰ ਹੋ ਅਤੇ ਪ੍ਰੋਗਰਾਮਰ ਨੂੰ ਜੋ ਤੁਸੀਂ ਡਿਜ਼ਾਇਨ ਬਣਾ ਕੇ ਦਿੱਤਾ ਉਹਦੇ ਬੇਸਿਸ 'ਤੇ ਉਹ ਜਿਹੜਾ ਹੈ ਕੋਡਿੰਗ ਕਰ ਦਿੰਦਾ ਹੈ। ਇੱਥੇ ਤੁਹਾਨੂੰ ਟੈਸਟਿੰਗ ਦੀ ਗੱਲ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਤੁਸੀਂ ISDA ਇਨਫੋਰਮੇਸ਼ਨ ਸਿਸਟਮ ਡਿਜ਼ਾਈਨ ਐਂਡ ਇੰਪਲੀਮੈਂਟੇਸ਼ਨ ਜਿਹੜਾ ਸਬਜੈਕਟ ਪੜ੍ਹ ਰਹੇ ਹੋ ਇਹ 'ਚ ਮਤਲਬ ਤੁਹਾਨੂੰ ਸਿਸਟਮ ਐਨਾਲਿਸਟ ਦੇ ਪੁਆਇੰਟ ਆਫ ਵਿਊ ਨਾਲ ਪੜ੍ਹਾਇਆ ਜਾ ਰਿਹਾ ਨਾ ਕਿ ਪ੍ਰੋਗਰਾਮਰ ਦੇ ਪੁਆਇੰਟ ਆਫ ਵਿਊ ਨਾਲ। ਇਸ ਕਰਕੇ ਕੋਡਿੰਗ ਦਾ ਕੋਈ ਖਾਸ ਚੈਪਟਰ ਨਹੀਂ ਹੈਗਾ ਤੁਹਾਡੇ ਸਿਲੇਬਸ 'ਚ। ਟੈਸਟਿੰਗ ਦਾ ਹੈਗਾ ਕਿਉਂਕਿ ਟੈਸਟਿੰਗ ਦੇ ਵਿੱਚ ਜਿਹੜਾ ਤੁਹਾਡਾ ਸਿਸਟਮ ਐਨਾਲਿਸਟ ਹੁੰਦਾ ਉਹ ਇਨਵੋਲਵ ਹੁੰਦਾ। ਤੁਸੀਂ ਇੱਕ ਸਿਸਟਮ ਐਨਾਲਿਸਟ ਦੀ ਸੋਚ ਦੇ ਅਕੋਰਡਿੰਗ ਇਹ ਸਬਜੈਕਟ ਨੂੰ ਸਟੱਡੀ ਕਰ ਰਹੇ ਹੋ। ਠੀਕ ਹੈ, ਸੋ ਟੈਸਟਿੰਗ ਦਾ ਮਤਲਬ ਇੱਥੇ ਕੀ ਹੈ ਕਿ ਤੁਹਾਡਾ ਜਿਹੜਾ ਸੋਫਟਵੇਅਰ ਜਾਂ ਤੁਸੀਂ ਕਹਿ ਸਕਦੇ ਹੋ ਸਿਸਟਮ ਜਾਂ ਫਾਈਨਲ ਜਿਹੜਾ ਪ੍ਰੋਡਕਟ ਹੈ, ਠੀਕ ਹੈ, ਕੋਈ ਵੀ ਨਾਮ ਆਪਾਂ ਦੇ ਸਕਦੇ ਹਾਂ ਆਈਦਰ ਸੋਫਟਵੇਅਰ ਸਿਸਟਮ ਜਾਂ ਪ੍ਰੋਡਕਟ। ਠੀਕ ਹੈ, ਇਹਨੂੰ ਤੁਸੀਂ ਟੈਸਟ ਕਰਨਾ। ਟੈਸਟ ਦਾ ਮਤਲਬ ਇੱਥੇ ਇਹ ਹੈ ਕਿ ਤੁਹਾਡੇ ਕੋਲ ਪ੍ਰੀ ਡਿਫਾਈਨਡ ਆਊਟਪੁੱਟ ਹੈ ਜਾਂ ਪ੍ਰੀ ਡਿਫਾਈਨਡ ਕੁਛ ਕ੍ਰਾਈਟੀਰੀਆ ਹੈ ਜਿਹਦੇ ਬੇਸਿਸ 'ਤੇ ਤੁਸੀਂ ਚੈੱਕ ਕਰਨਾ ਕਿ ਤੁਹਾਡਾ ਸੋਫਟਵੇਅਰ ਖਰਾ ਉਤਰਦਾ ਜਾਂ ਨਹੀਂ ਉਤਰਦਾ। ਮਤਲਬ ਜੋ ਆਊਟਪੁੱਟ ਤੁਸੀਂ ਡਿਸਾਈਡ ਕੀਤੀ ਹੈ ਔਰ ਜੋ ਸੋਫਟਵੇਅਰ ਤੁਹਾਨੂੰ ਆਊਟਪੁੱਟ ਦੇ ਰਿਹਾ ਉਹਦੇ ਵਿੱਚ ਮੈਚਿੰਗ ਕਿੰਨੀ ਹੈ। ਜਾਂ ਤੁਸੀਂ ਕਹਿ ਸਕਦੇ ਹੋ ਕਿ ਜੋ ਤੁਸੀਂ ਰਿਕੁਆਇਰਮੈਂਟਸ ਦਿੱਤੀਆਂ ਸੀਗੀਆਂ, ਰਿਕੁਆਇਰਮੈਂਟਸ ਯੂਜ਼ਰ ਕੋਲ ਇਕੱਠੀਆਂ ਕੀਤੀਆਂ ਸੀ, ਉਹਦੇ ਅਕੋਰਡਿੰਗਲੀ ਤੁਹਾਡੀ ਆਊਟਪੁੱਟ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ। ਜਾਂ ਜੋ ਕ੍ਰਾਈਟੀਰੀਆ ਤੁਹਾਡੇ ਯੂਜ਼ਰ ਨੇ ਰਿਕੁਆਇਰਮੈਂਟ ਦੇ ਟਾਈਮ ਜਾਂ ਤੁਸੀਂ ਫਿਜ਼ੀਬਿਲਿਟੀ ਐਨਾਲਿਸਿਸ ਜਾਂ ਪ੍ਰੋਬਲਮ ਐਨਾਲਿਸਿਸ ਦੇ ਟਾਈਮ ਜੋ ਡਿਸਾਈਡ ਕੀਤੇ ਸੀ ਕਿ ਉਹਨਾਂ ਦੇ ਉੱਤੇ ਤੁਹਾਡਾ ਸੋਫਟਵੇਅਰ ਉਹਦੇ ਅਕੋਰਡਿੰਗ ਹੀ ਐਕਟ ਕਰ ਰਿਹਾ ਜਾਂ ਨਹੀਂ ਕਰ ਰਿਹਾ। ਠੀਕ ਹੈ, ਸੋ ਇਹਨੂੰ ਆਪਾਂ ਕਹਿੰਦੇ ਟੈਸਟਿੰਗ। ਠੀਕ ਹੈ, ਟੈਸਟਿੰਗ ਕੋਈ ਇੱਕ ਸਟੈਪ ਨਹੀਂ ਹੈ, ਇਟ ਇਜ਼ ਅ ਸੀਰੀਜ਼ ਆਫ ਸਟੈਪਸ। ਮਤਲਬ ਬਹੁਤ ਸਾਰੇ ਇਹਦੇ ਵਿੱਚ ਫਰਦਰ ਸਟੈਪਸ ਹੁੰਦੇ ਆ। ਠੀਕ ਹੈ, ਅਤੇ ਫਾਈਨਲੀ ਅਸੀਂ ਸੋਫਟਵੇਅਰ ਦੇ ਹਰ ਛੋਟੇ ਤੋਂ ਛੋਟੇ ਹਿੱਸੇ ਯਾਨੀ ਕਿ ਹਰ ਮੋਡਿਊਲ ਨੂੰ ਆਪਾਂ ਟੈਸਟ ਕਰ ਲੈਂਦੇ ਹਾਂ ਔਰ ਸੋਫਟਵੇਅਰ ਕੰਪਲੀਟ ਜਿਹੜੇ ਇੱਕ ਸਿਸਟਮ ਦਾ ਬਣਦਾ ਹੈ, ਠੀਕ ਹੈ, ਜਿਹਨੂੰ ਆਪਾਂ ਪੂਰਾ ਸਿਸਟਮ ਕਹਿ ਦਿੰਦੇ ਹਾਂ, ਉਹਨੂੰ ਵੀ ਆਪਾਂ ਟੈਸਟ ਕਰ ਲੈਂਦੇ। ਜਿਹਨੂੰ ਆਪਾਂ ਪੜ੍ਹਿਆ ਸੀ ਯੂਨਿਟ ਟੈਸਟਿੰਗ ਅਤੇ ਸਿਸਟਮ ਟੈਸਟਿੰਗ। ਮਤਲਬ ਆਪਾਂ ਈਚ ਐਂਡ ਐਵਰੀ ਮੋਡਿਊਲ, ਈਚ ਐਂਡ ਐਵਰੀ ਐਸਪੈਕਟ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਮੰਨ ਲਓ ਟੈਸਟਿੰਗ ਦੀ ਮੈਂ ਗੱਲ ਕਰਾਂ ਤਾਂ ਇੱਕ ਜਨਰਲ ਜਿਹੀ ਐਗਜ਼ਾਮਪਲ ਦਿੰਦਾ ਕਿ ਅਗਰ ਹਰਿਆਣਾ ਤੋਂ ਤੁਸੀਂ ਚੰਡੀਗੜ੍ਹ ਜਾਣਾ ਅਤੇ ਇੱਥੇ ਤੱਕ ਪਹੁੰਚਣ ਦੇ ਕਈ ਰਸਤੇ ਹੋਣੇ। ਆਪਾਂ ਇਕੱਲੇ ਮੇਨ ਰੋਡ ਦੀ ਨਹੀਂ ਗੱਲ ਕਰ ਰਹੇ, ਆਪਾਂ ਇਕੱਲੇ ਲਿੰਕ ਰੂਟਸ ਦੀ ਵੀ ਗੱਲ ਕਰ ਰਹੇ ਹਾਂ। ਠੀਕ ਹੈ, ਕਈ ਸਾਰੇ ਰਸਤੇ ਹੋਣੇ। ਟੈਸਟਿੰਗ ਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਜਿੰਨੇ ਵੀ ਵੇ ਆਊਟ ਹੈ ਜਾਂ ਕਹਿ ਲਓ ਜਿੰਨੇ ਵੀ ਰਸਤੇ 'ਚ ਮੋਡਿਊਲ ਹੈ ਤੁਸੀਂ ਹਰ ਚੀਜ਼ ਨੂੰ ਟੈਸਟ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਇੱਕ ਛੋਟਾ ਜਿਹਾ ਅਗਰ ਮੋਡਿਊਲ 'ਚ ਵੀ ਕੁਛ ਪ੍ਰੋਬਲਮ ਹੈ ਤਾਂ ਹੋ ਸਕਦਾ ਤੁਹਾਡੀ ਉਹ ਫਾਈਨਲ ਸਟੇਜ ਤੱਕ ਪਹੁੰਚਦੇ ਪਹੁੰਚਦੇ ਬਹੁਤ ਜ਼ਿਆਦਾ ਇਫੈਕਟ ਕਰ ਦੇਵੇ। ਠੀਕ ਹੈ, ਇਸ ਕਰਕੇ ਆਪਾਂ ਈਚ ਐਂਡ ਐਵਰੀ ਸੈਂਟੈਂਸ ਜਾਂ ਕਹਿ ਸਕਦੇ ਹੋ ਈਚ ਐਂਡ ਐਵਰੀ ਸਟੇਟਮੈਂਟ ਵਾਟ ਐਵਰ ਇਜ਼ ਰਿਟਨ ਇਨ ਪ੍ਰੋਗਰਾਮ ਆਪਾਂ ਉਹਨੂੰ ਜਿਹੜਾ ਹੈ ਟੈਸਟ ਕਰਦੇ ਹਾਂ। ਠੀਕ ਹੈ, ਚੈੱਕ ਕਰਦੇ ਹਾਂ। ਇਹੀ ਹੁਣ ਤੁਹਾਨੂੰ ਇਹਨਾਂ ਨੇ ਗੱਲਾਂ ਕਹੀਆਂ ਹੋਈਆਂ ਕਿ ਵਾਈ ਸਿਸਟਮ ਟੈਸਟਿੰਗ ਬੁੱਕ ਦੇ ਅਕੋਰਡਿੰਗ ਵਾਈ ਸਿਸਟਮ ਟੈਸਟਿੰਗ, ਕਿ ਆਪਾਂ ਸਿਸਟਮ ਟੈਸਟਿੰਗ ਨੂੰ ਕਰਨ ਦੀ ਕੀ ਲੋੜ ਹੈ। ਠੀਕ ਹੈ, ਪਹਿਲਾਂ ਆਪਾਂ ਜਿੱਦਾਂ ਤੁਸੀਂ ਮੈਥ 'ਚ ਪੜ੍ਹਦੇ ਹੋ ਕਿ ਆਪਾਂ ਐਜ਼ਿਊਮ ਕਰਦੇ ਹਾਂ ਜਾਂ ਇੱਕ ਆਪਾਂ ਹਾਈਪੋਥੇਸਿਸ ਮੰਨਦੇ ਹਾਂ ਕਿ ਤੁਹਾਡਾ ਸਿਸਟਮ ਜਿਹੜਾ ਹੈ ਕਰੈਕਟ ਹੈ, ਵੀ ਉਹ ਸਹੀ ਕੰਮ ਕਰ ਰਿਹਾ। ਠੀਕ ਹੈ, ਹੁਣ ਉਸ ਐਜ਼ੰਪਸ਼ਨ ਨੂੰ ਤੁਸੀਂ ਫਾਈਨਲੀ ਜਿਹੜੀ ਵੈਰੀਫਾਈ ਕਰ ਦਿਓ ਇੱਕ ਕਿਸਮ ਦਾ ਕਿ ਹਾਂ ਇਹ ਵਾਕਈ ਕਰੈਕਟ ਹੈ ਜਾਂ ਨਹੀਂ ਹੈ। ਠੀਕ ਹੈ, ਹੁਣ ਇਹਦੇ ਵਿੱਚ ਦੱਸਿਆ ਕਿ ਟੈਸਟਿੰਗ ਦੇ ਵਿੱਚ ਆਪਾਂ ਕੀ ਕਰਦੇ, ਸਿਸਟਮ ਇਜ਼ ਟੈਸਟਡ ਟੂ ਵੈਰੀਫਾਈ ਉਹਦੀਆਂ ਫੰਕਸ਼ਨਲ ਅਤੇ ਟੈਕਨੀਕਲ ਜੋ ਨੀਡਸ ਹੈ ਜਾਂ ਜੋ ਆਪਾਂ ਸਪੈਸੀਫਿਕੇਸ਼ਨਸ ਦੱਸੀਆਂ ਸੀ, ਰਿਕੁਆਇਰਮੈਂਟ ਦੱਸੀਆਂ ਸੀ ਕਿ ਉਹ ਤੁਹਾਡਾ ਸੋਫਟਵੇਅਰ ਮੀਟ ਕਰ ਰਿਹਾ ਜਾਂ ਨਹੀਂ ਕਰ ਰਿਹਾ। ਠੀਕ ਹੈ, ਅਗਰ ਤੁਸੀਂ ਟੈਸਟਿੰਗ ਪ੍ਰੋਪਰ ਨਹੀਂ ਕਰਦੇ ਤਾਂ ਇਹਦਾ ਮਤਲਬ ਤੁਹਾਡੇ ਜਿਹੜਾ ਫਾਈਨਲ ਆਊਟਪੁੱਟ ਹੈ ਉਹ 'ਚ ਕੁਛ ਐਰਰ ਹੋ ਸਕਦੇ ਹੈ। ਠੀਕ ਹੈ, ਦੂਸਰਾ ਕੀ ਹੈ ਕਿ ਜਿੱਦਾਂ ਨੋਰਮਲ ਦੇ ਵਿੱਚ ਵੀ ਆਪਾਂ ਕੋਈ ਸਮਾਨ ਕਿਸੇ ਬੰਦੇ ਕੋਲ ਬਣਵਾਉਂਦੇ ਹਾਂ ਜਾਂ ਆਪਾਂ ਕਿਸੇ ਚੀਜ਼ ਕੋ ਖਰੀਦਦੇ ਹਾਂ ਤਾਂ ਆਪਾਂ ਉਹਨੂੰ ਕਹਿੰਦੇ ਉਹਨੂੰ ਟੈਸਟ ਕਰੋ ਪਹਿਲਾਂ ਵੀ ਆਹ ਸਹੀ ਵੀ ਹੈ ਚੀਜ਼ ਜਾਂ ਨਹੀਂ ਹੈ। ਮਤਲਬ ਅਗਰ ਯੂਜ਼ਰ ਕੋ ਤੁਸੀਂ ਐਕਸੈਪਟੈਂਸ ਚਾਹੁੰਦੇ ਹੋ ਆਪਣੇ ਪ੍ਰੋਡਕਟ ਦੀ ਤਾਂ ਤੁਹਾਨੂੰ ਉਸ ਪ੍ਰੋਡਕਟ ਦੀ ਪਹਿਲਾਂ ਟੈਸਟਿੰਗ ਕਰਕੇ ਉਹਨੂੰ ਦੇਣੀ ਪੈਂਦੀ ਹੈ। ਠੀਕ ਹੈ, ਇਸ ਲਈ ਵੀ ਤੁਹਾਡੀ ਸਿਸਟਮ ਟੈਸਟਿੰਗ ਜਿਹੜੀ ਹੈ ਜ਼ਰੂਰੀ ਹੈ। ਠੀਕ ਹੈ, ਉਸ ਤੋਂ ਬਾਅਦ ਇੱਕ ਦੋ ਬਹੁਤ ਵਧੀਆ ਕੰਸੈਪਟ ਹੁੰਦੇ ਆ ਟੈਸਟਿੰਗ ਦੇ ਵਿੱਚ, ਵੈਰੀਫਿਕੇਸ਼ਨ ਐਂਡ ਵੈਲੀਡੇਸ਼ਨ।
ठीक है। ये बेसिक्स होंगे हैं टैसटिंग के। टैसटिंग के आप वैरीफिकेशन वैलीडेशन करते हैं। उस तो बाद एक होंदा है कि टैसट विच आप लभदे किहनूं आप बग नूं लभदे हैं या एरर नूं लभदे हैं या आप फॉल्ट नूं लभदे हैं या आप फेलीयर नूं लभदे हैं। ठीक है। सो मतलब जो आप टैसटिंग करते हैं सानूं ये 4 तरह दी प्रॉब्लम्स जिहड़ियां असीं फेस करते हैं। इन नॉर्मल सेंस आप गल करते हैं भी अगर वो कोई भी प्रॉब्लम है तो उन्होंने तुसीं एरर कह देंगे हो। ठीक है। नॉर्मल भाषा दे विच पर डिपेंडिंग अपॉन टैक्नीकैलिटीज़ किस तरह का एरर है, किसी को आप बग कहने, किसी को एरर कहने, किसी को फॉल्ट कहने, किसी को फेलीयर कहने, वो आप पढ़ांगे। उस तो पहले आप गल कर लेंगे कि वैरीफिकेशन तो वैलीडेशन की चीज़ है। ठीक है। वैलीडेशन मीनस की है कि तुसीं जिहड़ा तुहाडा सिस्टम डिवेलप हो चुकिया उन्होंने तुसीं अपनी रिक्वायरमेंट्स के अकॉर्डिंग रिक्वायरमेंट्स जो तुसीं दित्तियां सी स्टार्टिंग उहदे अकॉर्डिंग तुसीं चैक करदे हो। ठीक है। वैरीफिकेशन का मतलब की हुंदा कि ऑलरेडी एक चीज़ बनी हुई है तुसीं उहनूं अथैंटिकेट कर दिंदे हो। ठीक है। फॉर एग्जाम्पल जिद्दां तुसीं अपने मोबाइल्स दे विच वैलिडिटी पाउंदे हो है ना, उहदा मतलब की हुंदा जिहड़ा तुहाडा नंबर है वो इन्ना चिर चलूगा, वो होगी तुहाडी वैलिडिटी, वैलीडेशन, वैलिड है वो। ठीक है। जिवें तुहानूं सर्टिफिकेट कोई दे दिता, तुसीं BCA कर ली, वो एक वैलिड सर्टिफिकेट है। ठीक है। पर उन्होंने दसूगा कौन कि वो वैलिड है या नहीं, दैट इज़ वैरीफिकेशन। जिद्दां आपां कहने कि तुहाडा सर्टिफिकेट तुसीं जदों किसी कल नूं तुसीं अपने जॉब ले जाना तो तुसीं अपने वो कहते अपने वैलिड सर्टिफिकेट्स करो, मतलब वैलिड जिहड़े साडे नाल रिलेटेड है। ठीक है। तुसीं वैलिड सर्टिफिकेट्स सबमिट कराते, फिर उसकी वैरीफिकेशन कराते। वैरीफिकेशन मतलब तुहाडी यूनिवर्सिटी भेजा जाता, यूनिवर्सिटी जाके तुहाडे प्रॉपर नंबरिंग चैक करदे कि तुहाडा जो इत्थे सीरीयल नंबर तुहाडे सर्टिफिकेट ते की वो सीरीयल नंबर यूनिवर्सिटी भी अवेलेबल है या यूनिवर्सिटी एक वैरीफाई नाम की मोहर लगा के भेज देंगे कि हाँ ये सर्टिफिकेट वैरीफाइड है। ठीक है। सो टैक्नीकली इनू आप इस तरह पढ़ते हैं। वैरीफिकेशन मीनस आर वी डिवेलपिंग द सिस्टम राइट। ये वर्ड एज इट इज़ ही तुहानूं याद करने पैने। आर वी डिवेलपिंग द सिस्टम राइट वैरीफिकेशन के केस। वैलीडेटिंग के केस की है आर वी डिवेलपिंग द राइट सिस्टम। हुण देखो सिर्फ आ 2 शब्दों के नाल ही बहुत फर्क पै जाता है। वैलीडेशन मीनस आर वी डिवेलपिंग द राइट सिस्टम, कि असी सही सिस्टम नूं इंप्लीमेंट या डिवेलप कर रहे हैं। ठीक है। पंजाबी में अगर पढ़ीए तो वैलीडेशन वैलीडेशन है। वैलीडेट का मतलब की है कि आपां सही सिस्टम नूं डिवेलप कर रहे हैं। ठीक है। तुसीं ये कह सकते हो भी जो तुहाडे आउटपुट होगी उहदे बेसिस ते तुसीं दसोगे। ठीक है। डिवेलपिंग द सिस्टम राइट, कि असी सिस्टम नूं सही ढंग नाल डिवेलप कर रहे हैं। ठीक है। वैरीफिकेशन का मतलब की है कि आपां सिस्टम नूं सही ढंग नाल डिवेलप कर रहे हैं। ठीक है। ਇਹਦਾ मतलब कि आप सही सिस्टम डिवेलप कर रहे हैं, वैलीडेट का मतलब। ठीक है। सो तुसीं इस तरह भी जान सकते हो कि जो एक सिस्टम बनता पिया, मतलब वह काम चलता पिया, तो आपां की करांगे, एक किस्म की उहदी वैलीडेशन, कि आपां की सिस्टम नूं सही ढंग नाल बना रहे हैं। और जो ये डिवेलपमेंट खत्म हो गई उस तो बाद अगर उहदी तुसीं चैकिंग करते हो तो उन्होंने आपां वैलीडेट इत्थे कह सकते कि जो सिस्टम बनया सी वो सही है या नहीं है। ठीक है। एक सिंपल जिहा कंसैप्ट हैगा। ठीक है। इनू माड़ा जिहा समझने की कोशिश करियो। एग्जाम कई बार 2 नंबर क्वेश्चन आ जाता है कि वट डू यू मीन बाय वैरीफिकेशन एंड वैलीडेशन। उस केस तुसीं सिर्फ अगर आ 2 लाइनां भी लिख दोगे तो तुहानूं मार्क्स जिहड़े मिल जाते हैं। ठीक है। वैरीफिकेशन आर वी डिवेलपिंग द सिस्टम राइट, कि आपां सिस्टम नूं सही ढंग नाल डिवेलप कर रहे हैं। वैलीडेशन आर वी डिवेलपिंग द राइट सिस्टम, कि आपां सही सिस्टम नूं डिवेलप कर रहे हैं। ठीक है। उस तो बाद आ भी 2 या 4 नंबर तुहाडा क्वेश्चन आंदा हुंदा बग एरर फॉल्ट ते फेलीयर। बग का मतलब की है एक लॉजिकल मिसटेक। अगर तुहाडे लॉजिक दे विच कोई प्रॉब्लम है तो उन्होंने आपां कहने बग। जिद्दां असीं कह दिंदे हैं कि 8 इज़ डिवाइड बाय 0, इट्स अ लॉजिकल मिसटेक। ठीक है। सो इट इज़ अ बग, ये बग है। ठीक है। एरर द मीनस की है अ कंडीशन दैट लीड्स टू माल फंक्शनिंग ऑफ अ सिस्टम, कंडीशन फॉर माल फंक्शनिंग। इत्थे तुसीं समझो जिहड़ा तुहाडा एरर है, जिद्दां सी आउट की जगह लिखता कल्ला आउट। ठीक है। ये तुहाडा की होगा हुण एरर, कि एक इहो जी कंडीशन है जिस तुहाडा जिहड़ा प्रोग्राम वो काम करूगा ही नहीं, उहदे विच कुछ प्रॉब्लम आऊगी। ठीक। फॉल्ट सॉरी फॉल्ट का मतलब ये होंदा, फॉल्ट का मतलब ये फॉल्ट है। एरर एक कंडीशन
ਜਿਹਦੇ ਨਾਲ ਤੁਹਾਡਾ ਸਿਸਟਮ ਜਿਹੜਾ ਕੰਮ ਸਹੀ ਢੰਗ ਨਹੀਂ ਕਰਦਾ ਉਹਨੂੰ ਕਹਿੰਦੇ ਆਪਾਂ ਫਾਲਟ। ਜਿੱਦਾਂ ਆਪਾਂ ਸਾਡੀ ਬਾਈਕ ਖਰਾਬ ਹੋ ਜਾਂਦੀ ਕਹਿੰਦੇ ਇਹ 'ਚ ਕੋਈ ਫਾਲਟ ਆ ਗਿਆ, ਅਸੀਂ ਇਹ ਨਹੀਂ ਕਹਿੰਦੇ ਇਹ 'ਚ ਕੋਈ ਐਰਰ ਆਇਆ, ਅਸੀਂ ਕਹਿੰਦੇ ਇਹ 'ਚ ਫਾਲਟ ਆਇਆ। ਠੀਕ ਹੈ, ਸੋ ਆ ਜਿਹਨਾਂ ਮੈਂ ਐਕਸਪਲੇਨ ਕਰਤਾ ਗਲਤੀ ਨਾਲ ਮੇਰੇ ਕੋਲ ਫਾਲਟ ਐਕਸਪਲੇਨ ਹੋ ਗਿਆ, ਇਹਨੂੰ ਆਪਾਂ ਕਹਿੰਦੇ ਫਾਲਟ। ਕੰਡੀਸ਼ਨ ਫॉर ਮਾਲ ਫੰਕਸ਼ਨਿੰਗ, ਜਿਵੇਂ ਤੁਹਾਡਾ ਸੀ ਆਊਟ ਤੁਸੀਂ ਲੱਗ ਦਿੰਦੇ ਹੋ, ਜੇ ਤੁਸੀਂ ਕੰਪਾਈਲ ਟਾਈਮ ਐਰਰ ਕਹਿੰਦੇ ਹੋ, ਆਪਾਂ ਨਾਰਮਲ ਲੈਂਗੁਏਜ ਐਰਰ ਹੀ ਵਰਡ ਯੂਜ਼ ਕਰਦੇ। ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸਾਰਿਆਂ ਨੂੰ ਆਪਾਂ ਐਰਰ ਹੀ ਯੂਜ਼ ਕਰਦੇ, ਪਰ ਟੈਕਨੀਕਲੀ ਥੋੜ੍ਹਾ ਡਿਫਰੈਂਸ ਇਹਨਾਂ ਦੇ ਵਿੱਚ। ਬਗ ਮਤਲਬ ਲੌਜੀਕਲ ਮਿਸਟੇਕ, ਫਾਲਟ ਮਤਲਬ ਇੱਕ ਕੰਡੀਸ਼ਨ ਜਿਹਦੇ ਨਾਲ ਤੁਹਾਡਾ ਸਿਸਟਮ ਦੇ ਵਿੱਚ ਕੁਝ ਫੰਕਸ਼ਨੈਲਿਟੀ 'ਚ ਪ੍ਰੋਬਲਮ ਆ ਜਾਂਦੀ ਹੈ। ਤੀਸਰਾ ਐਰਰ, ਐਰਰ ਦਾ ਮਤਲਬ ਤੁਹਾਡੀ ਆਊਟਪੁੱਟ ਦੇ ਵਿੱਚ ਕੋਈ ਡਿਫਰੈਂਸ ਹੈ, ਮਤਲਬ ਤੁਸੀਂ ਜੋ ਆਊਟਪੁੱਟ ਤੁਹਾਡਾ ਪ੍ਰੋਗਰਾਮ ਚੱਲ ਰਿਹਾ, ਪ੍ਰੋਗਰਾਮ 'ਚ ਕੋਈ ਪ੍ਰੋਬਲਮ ਨਹੀਂ ਹੈ, ਪਰ 10 + 20 30 ਆਂਸਰ ਆਉਣਾ ਚਾਹੀਦਾ, ਪਰ ਤੁਹਾਡਾ ਆਂਸਰ ਆ ਰਿਹਾ 10। ਠੀਕ ਹੈ, ਸੋ ਇਹ ਕੀ ਹੈ, ਤੁਸੀਂ ਆਊਟਪੁੱਟ ਜੋ ਐਕਸਪੈਕਟ ਕਰ ਰਹੇ ਹੋ ਉਹ ਨਹੀਂ ਆ ਰਹੀ। ਠੀਕ ਹੈ, ਸੋ ਇਟ ਇਜ਼ ਡਿਫਾਈਨਡ ਐਜ਼ ਦ ਡਿਫਰੈਂਸ ਬਿਟਵੀਨ ਦ ਆਊਟਪੁੱਟ ਪ੍ਰੋਡਿਊਸਡ ਬਾय ਦ ਸਿਸਟਮ ਐਂਡ ਆਊਟਪੁੱਟ ਡਿਜ਼ਾਇਰਡ ਬਾय ਦ ਯੂਜ਼ਰ। ਜੋ ਤੁਸੀਂ ਆਊਟਪੁੱਟ ਚਾਹੁੰਦੇ ਸੀ ਔਰ ਜੋ ਸਿਸਟਮ ਨੇ ਦਿੱਤੀ ਉਹ 'ਚ ਫਰਕ ਹੈ, ਅਤੇ ਉਹਨੂੰ ਆਪਾਂ ਕਹਾਂਗੇ ਐਰਰ। ਫੇਲੀਅਰ ਜਿਹੜਾ ਹੁੰਦਾ ਇਹ ਸਭ ਤੋਂ ਗੰਦਾ ਹੁੰਦਾ। ਇਹਦਾ ਮਤਲਬ ਕੀ ਹੁੰਦਾ ਕਿ ਤੁਹਾਡਾ ਸਿਸਟਮ ਚੱਲ ਹੀ ਨਹੀਂ ਰਿਹਾ। ਠੀਕ ਹੈ, ਅਨੇਬਲ ਟੂ ਪਰਫੋਰਮ, ਕਿ ਅਗਰ ਤੁਹਾਡਾ ਸਿਸਟਮ ਬਿਲਕੁਲ ਹੀ ਬੰਦ ਹੋ ਗਿਆ। ਹੁਣ ਇਹਨੂੰ ਤੁਸੀਂ ਇੱਕ ਹੋਰ ਐਗਜ਼ਾਮਪਲ ਨਾਲ ਸਮਝੋ, ਮੰਨ ਲਓ ਤੁਸੀਂ ਕੋਈ ਪ੍ਰੋਗਰਾਮ ਬਣਾਇਆ ਹੈ ਨਾ, ਉਹਦੇ ਵਿੱਚ ਤੁਸੀਂ ਅਲੱਗ-ਅਲੱਗ ਮੋਡਿਊਲਸ ਬਣਾਤੇ, ਮੋਡਿਊਲ 1 ਮੋਡਿਊਲ 2 ਮੋਡਿਊਲ 3, ਜਾਂ ਮੰਨ ਲਓ ਇਹ ਐਡੀਸ਼ਨ ਦਾ ਹੈ, ਆਹ ਸਬਟਰੈਕਸ਼ਨ ਦਾ ਹੈ, ਆਹ ਤੁਹਾਡਾ ਮਲਟੀਪਲੀਕੇਸ਼ਨ ਦਾ ਹੈ। ਠੀਕ ਹੈ, 3 ਤਰ੍ਹਾਂ ਤੁਸੀਂ ਮੋਡਿਊਲ ਬਣਾਤੇ, ਕੋਈ ਇੱਕ ਪ੍ਰੋਗਰਾਮ ਬਣਾਇਆ। ਹੁਣ ਅਗਰ ਉਹਦੇ ਵਿੱਚ ਕੁਝ ਲੌਜੀਕਲ ਮਿਸਟੇਕ ਹੈ, ਯਾਨੀ ਕਿ ਜਦੋਂ ਇੱਕ ਡਿਵਾਈਡ ਦਾ ਵੀ ਅਗਰ ਤੁਸੀਂ ਲਗਾ ਲਓ, ਅਤੇ ਅਗਰ ਤੁਸੀਂ ਕਹੋ ਕਿ ਤੁਹਾਡੇ ਡਿਵਾਈਡ ਦੇ ਵਿੱਚ ਇਕੱਲੀ ਪ੍ਰੋਬਲਮ ਆ ਰਹੀ ਹੈ, ਠੀਕ ਹੈ, ਅਤੇ ਅਗਰ ਡਿਵਾਈਡ ਵਾਲੇ ਇਕੱਲੇ ਇੱਕ ਫੰਕਸ਼ਨ 'ਚ ਪ੍ਰੋਬਲਮ ਆ ਰਹੀ ਹੈ, ਅਤੇ ਇਟ ਮੀਨਸ ਉਹ ਕੀ ਹੈ, ਤੁਹਾਡਾ ਫਾਲਟ। ਠੀਕ ਹੈ, ਉਹ ਫਾਲਟ ਕਿਉਂ ਹੈ? ਬਿਕੋਜ਼ ਆਫ ਅ ਬਗ। ਠੀਕ ਹੈ, ਬਗ ਕੀ ਹੈ ਕਿ ਤੁਸੀਂ ਡਿਵਾਈਡ ਦਾ ਜਿਹੜਾ ਸਿੰਟੈਕਸ ਹੁੰਦਾ, ਜਾਂ ਤੁਸੀਂ ਜਿਹੜੀ ਇੱਕ ਕੰਡੀਸ਼ਨ ਨਹੀਂ ਲਗਾਈ ਹੋਣੀ ਕਿ ਅਗਰ ਤੁਸੀਂ 0 ਨਾਲ ਡਿਵਾਈਡ ਕਰੋਗੇ, ਕਿਉਂਕਿ ਜਦੋਂ ਤੁਸੀਂ 0 ਨਾਲ ਡਿਵਾਈਡ ਕਰੋਗੇ ਐਰਰ ਤਾਂ ਆਉਣਾ ਹੀ ਆ। ਮਤਲਬ ਜਦੋਂ ਉਹਦੀ ਆਊਟਪੁੱਟ ਆਈ ਅਤੇ ਉਹਨੂੰ ਤੁਸੀਂ ਐਰਰ ਗਿਣੋਗੇ, ਕਿਉਂਕਿ ਉਹਦੀ ਆਊਟਪੁੱਟ ਉਹ ਚੀਜ਼ ਨਹੀਂ ਆਉਣੀ ਜੋ ਤੁਸੀਂ ਐਕਸਪੈਕਟ ਕਰ ਰਹੇ ਸੀਗੇ। ਠੀਕ ਹੈ, ਫਾਲਟ ਇਸ ਕਰਕੇ ਆਪਾਂ ਕਹਿ ਸਕਦੇ ਕਿਉਂਕਿ ਤੁਹਾਡਾ ਫੰਕਸ਼ਨ ਨੇ ਪ੍ਰੋਪਰਲੀ ਕੰਮ ਨਹੀਂ ਕੀਤਾ। ਬਗ ਆਪਾਂ ਕਦੋਂ ਕਵਾਂਗੇ? ਜਦੋਂ ਆਪਾਂ ਗੱਲ ਕਰਾਂਗੇ ਵੀ ਉਹਦੇ ਵਿੱਚ ਇਸ ਸੈਂਟੈਂਸ ਦੇ ਉੱਤੇ ਪ੍ਰੋਬਲਮ ਹੈ। ਠੀਕ ਹੈ, ਅਗਰ ਮੰਨ ਲਓ ਚਾਰੋਂ ਦੇ ਚਾਰੇ ਮੋਡਿਊਲਾਂ ਦੇ ਵਿੱਚੋਂ ਕੋਈ ਵੀ ਮੋਡਿਊਲ ਨਹੀਂ ਚੱਲ ਰਿਹਾ, ਸਾਰੇ ਫੇਲ ਹੋ ਰਹੇ ਆ, ਦੈਨ ਇਟ ਲੀਡਸ ਟੂ ਅ ਫੇਲੀਅਰ, ਕਿ ਤੁਹਾਡਾ ਸਿਸਟਮ ਬਿਲਕੁਲ ਹੀ ਠੱਪ ਹੋ ਗਿਆ, ਚੱਲਦਾ ਹੀ ਨਹੀਂ। ਨੋਰਮਲੀ ਹੁੰਦਾ ਕੀ ਹੈ, ਜਦੋਂ ਤੁਸੀਂ ਸੌਫਟਵੇਅਰ ਇੰਪਲੀਮੈਂਟ ਕਰਦੇ, ਜਦੋਂ ਆਪਾਂ ਕਾਲਜ ਦੀ ਗੱਲ ਕਰਦੇ ਵੀ ਐਡਮਿਸ਼ਨ ਵਾਲਾ ਪ੍ਰੋਸੈਸ ਠੀਕ ਚੱਲ ਰਿਹਾ ਜੀ, ਜਦੋਂ ਤੁਸੀਂ ਐਗਜ਼ਾਮੀਨੇਸ਼ਨ 'ਚ ਜਾ ਰਹੇ ਹੋ ਤਾਂ ਪ੍ਰੋਬਲਮ ਆ ਰਹੀ ਹੈ। ਠੀਕ ਹੈ, ਜਾਂ ਆਪਾਂ ਕਹਿੰਦੇ ਵੀ ਐਗਜ਼ਾਮੀਨੇਸ਼ਨ ਵਾਲਾ ਵੀ ਠੀਕ ਚੱਲਦਾ ਪਿਆ, ਰਿਜ਼ਲਟ 'ਚ ਪ੍ਰੋਬਲਮ ਆ ਰਹੀ ਹੈ। ਅਗਰ ਕਹਿੰਦੇ ਵੀ ਆਪਾਂ ਕੁਛ ਵੀ ਨਹੀਂ ਚੱਲ ਰਿਹਾ ਤਾਂ ਉਹ ਫਿਰ ਫੇਲੀਅਰ ਹੋ ਜਾਂਦਾ। ਠੀਕ ਹੈ, ਸੋ ਇਸ ਤਰ੍ਹਾਂ ਮੰਨ ਲਓ ਤੁਹਾਡੇ ਐਡਮਿਸ਼ਨ 'ਚ ਸਹੀ ਚੱਲਦਾ ਪਿਆ, ਪਰ ਉਹਦੇ ਵਿੱਚ ਜਿਹੜਾ ਤੁਹਾਡੀ ਰਸੀਦ ਹੈ ਉਹਦੇ 'ਤੇ ਰੋਲ ਨੰਬਰ ਅਤੇ ਤੁਹਾਡਾ ਨਾਮ ਜਿਹੜਾ ਉਹ ਸਹੀ ਨਹੀਂ ਆ ਰਿਹਾ, ਸੋ ਉਹ ਤੁਹਾਡਾ ਕੀ ਹੋ ਜਾਊਗਾ? ਇੱਕ ਐਰਰ, ਕਿ ਤੁਸੀਂ ਆਊਟਪੁੱਟ ਕੁਝ ਹੋਰ ਸੋਚ ਰਹੇ ਹੋ, ਕੁਝ ਹੋਰ ਰਹੀ ਹੈ। ਉਹ ਐਰਰ ਕਿਉਂ ਹੈ? ਬਿਕੋਜ਼ ਆਫ ਅ ਬਗ। ਠੀਕ ਹੈ, ਫਾਲਟ ਤੁਸੀਂ ਕੀ ਸੋਚੋਗੇ ਕਿ ਤੁਹਾਡਾ ਐਗਜ਼ਾਮੀਨੇਸ਼ਨ ਵਾਲਾ ਕੰਮ ਚੱਲਦਾ ਪਿਆ ਅਤੇ ਜਿਹੜਾ ਐਡਮਿਸ਼ਨ ਵਾਲਾ ਉਹ ਹੋ ਸਕਦਾ ਨਹੀਂ ਚੱਲਦਾ ਹੋਵੇ, ਉਸ ਕੇਸ ਤੁਹਾਡਾ ਹੋ ਗਿਆ ਫਾਲਟ। ਅਗਰ ਪੂਰਾ ਦਾ ਪੂਰਾ ਸਿਸਟਮ ਹੀ ਡਾਊਨ ਹੈ, ਨਾ ਐਗਜ਼ਾਮੀਨੇਸ਼ਨ ਚੱਲਦਾ ਪਿਆ, ਨਾ ਐਡਮਿਸ਼ਨ ਚੱਲਦਾ ਪਿਆ, ਨਾ ਰਿਜ਼ਲਟ ਦਾ ਵਾਲਾ ਪ੍ਰੋਗਰਾਮ ਚੱਲਦਾ ਪਿਆ, ਇਟ ਮੀਨਸ ਉਹ ਫੇਲੀਅਰ ਹੋ ਗਿਆ, ਤੁਹਾਡਾ ਸਿਸਟਮ ਕੁਝ ਕਰ ਹੀ ਨਹੀਂ ਰਿਹਾ। ਸੋ ਸਭ ਤੋਂ ਗੰਦਾ ਕੀ ਹੁੰਦਾ? ਤੁਹਾਡਾ ਫੇਲੀਅਰ। ਠੀਕ ਹੈ, ਉਸ ਤੋਂ ਬਾਅਦ ਇੱਕ ਆਉਂਦਾ ਕਿ ਹੂ ਪਰਫੋਰਮਸ ਦਾ ਟੈਸਟਿੰਗ। ਤੁਹਾਡੀ ਟੈਸਟਿੰਗ ਜਿਹੜੀ ਹੈ ਉਹ ਕਰਦਾ ਕੌਣ ਹੈ? ਜਿਹੜਾ ਨੈਕਸਟ ਟੌਪਿਕ ਹੈ ਤੁਹਾਡਾ ਉਹ ਆਏਗਾ ਵੀ ਹੂ ਪਰਫੋਰਮਸ ਟੈਸਟਿੰਗ। ਟੈਸਟਿੰਗ ਕਰੂਗਾ ਕੌਣ? ਹੁਣ ਟੈਸਟਿੰਗ ਜਿਹੜੀ ਹੈ, ਦੇਖੋ ਵੈਸੇ ਤਾਂ ਹਰ ਕੰਪਨੀ ਦੇ ਵਿੱਚ ਜਾਂ ਹਰ ਅਗਰ ਤੁਸੀਂ ਇੱਕ ਪ੍ਰੋਜੈਕਟ ਮੈਨੇਜਰ ਹੋ ਤਾਂ ਤੁਸੀਂ ਇੱਕ ਅਲੱਗ ਤੋਂ ਟੀਮ ਬਣਾਈ ਹੁੰਦੀ ਹੈ। ਠੀਕ ਹੈ, ਹੁਣ ਟੈਸਟਿੰਗ ਟੀਮ ਹੀ ਉਹਨੂੰ ਕਹਿੰਦੇ ਆ। ਠੀਕ ਹੈ, ਸੋ ਇਹਨਾਂ ਨੇ ਜਿੱਦਾਂ ਲਿਖਿਆ ਹੁੰਦਾ ITG ਵਰਡ ਇੱਕ ਲਿਖਿਆ ਹੁੰਦਾ, ਇੰਡੀਪੈਂਡੈਂਟ ITG ਲਿਖਿਆ ਹੁੰਦਾ ਇਹਨਾਂ ਨੇ ਇੱਕ ਵਰਡ, ਇੰਡੀਪੈਂਡੈਂਟ ਟੈਸਟ ਗਰੁੱਪ, ਵੀ ਇੱਕ ਇਹੋ ਜਿਹਾ ਗਰੁੱਪ ਹੈ ਜਿਹਦਾ ਕੰਮ ਸਿਰਫ ਕੀ ਹੈ ਕਿ ਉਹਨੇ ਟੈਸਟਿੰਗ ਹੀ ਕਰਨੀ ਹੈ। ਠੀਕ ਹੈ, ਉਹਨਾਂ ਨੂੰ ਸਿਸਟਮ ਦੀ ਪੂਰੀ ਨੌਲੇਜ ਹੁੰਦੀ ਹੈ। ਹੁਣ ਟੈਸਟਿੰਗ ਵੀ ਆਪਣੇ ਆਪ 'ਚ ਇੱਕ ਕਲਾ ਹੈ, ਮਤਲਬ ਕਿਸੇ ਦੇ ਵਿੱਚ ਗਲਤੀ ਲੱਭਣਾ ਵੀ ਇੱਕ ਕਲਾ ਹੈ। ਠੀਕ ਹੈ, ਮਤਲਬ ਤੁਸੀਂ ਤੁਹਾਨੂੰ ਇੱਕ ਸੌਫਟਵੇਅਰ ਦਿੱਤਾ, ਤੁਹਾਨੂੰ ਕਹਿਤਾ ਵੀ ਆਹ ਪ੍ਰੋਗਰਾਮ ਜੀ ਸਭ ਕੁਝ ਸਹੀ ਚਲਾਉਂਦਾ, ਤੁਸੀਂ ਫਿਰ ਵੀ ਉਹਦੇ ਵਿੱਚੋਂ ਗਲਤੀ ਕੱਢ ਕੇ ਲੱਭਣੀ, ਉਹ ਵੀ ਇੱਕ ਕਲਾ ਹੈ। ਉਹ ਤੁਸੀਂ ਤਾਂ ਕਰ ਸਕਦੇ ਹੋ ਕਿ ਤੁਹਾਨੂੰ ਪ੍ਰੋਪਰ ਨੌਲੇਜ ਹੈ ਪੂਰੇ ਸਿਸਟਮ ਦੀ, ਵੀ ਉਹਦਾ ਜਿੱਦਾਂ ਮੰਨ ਲਓ ਅਗਰ ਆਪਾਂ ਕੋਈ ਪ੍ਰੋਗਰਾਮ ਤੁਹਾਨੂੰ ਦੇ ਦਿੰਦੇ, ਤੁਸੀਂ ਡਾਟਾ ਸਟਰਕਚਰ 'ਚ ਸ਼ਾਇਦ ਪੜ੍ਹਿਆ ਵੀ ਹੋ ਜਾਂ ਅੱਗੇ ਪੜ੍ਹੋਗੇ, ਤੁਹਾਨੂੰ ਇੱਕ ਪ੍ਰੋਗਰਾਮ ਦੇ ਦਿੰਦੇ, ਫਿਰ ਉਹਨੂੰ ਕਹਿੰਦੇ ਇਹਨੂੰ ਆਪਟੀਮਾਈਜ਼ ਕਰੋ। ਆਪਟੀਮਾਈਜ਼ ਮਤਲਬ ਵੀ ਤੁਸੀਂ ਕੋਡ ਲਿਖਿਆ 40 ਲਾਈਨਾਂ ਦਾ, ਹੋ ਸਕਦਾ ਉਹ 3 ਲਾਈਨਾਂ ਦਾ ਹੋਵੇ, ਜਾਂ ਉਹਨਾਂ ਦੇ ਉੱਤੇ ਕਿਹੜਾ ਟੈਸਟ ਫੇਲ ਹੁੰਦਾ। ਮਤਲਬ ਅਗਰ ਤੁਸੀਂ ਉਸ ਪ੍ਰੋਗਰਾਮ ਨੂੰ ਇੱਕ ਵਾਰੀ ਰਨ ਕਰਦੇ ਹੋ ਤਾਂ ਆਊਟਪੁੱਟ ਠੀਕ ਆਉਂਦੀ ਹੈ, ਅਗਰ 2 ਵਾਰ ਰਨ ਕਰਦੇ ਹੋ, ਦੂਸਰੀ ਵਾਰ ਰਨ ਕਰਦੇ ਤੁਸੀਂ ਇਨਪੁੱਟ ਚੇਂਜ ਕਰ ਦਿੰਦੇ ਹੋ ਅਤੇ ਉਹਦੀ ਆਊਟਪੁੱਟ ਖਰਾਬ ਆਉਂਦੀ। ਕਹਿਣ ਦਾ ਮਤਲਬ ਕੀ ਹੁੰਦਾ ਵੀ ਟੈਸਟਿੰਗ ਵਾਲੇ ਬੰਦੇ ਦੀ ਜੋਬ ਦਾ ਕੰਮ ਇਹ ਹੁੰਦਾ ਵੀ ਉਹਨੇ ਗਲਤੀ ਲੱਭਣੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ। ਠੀਕ ਹੈ, ਸੋ ਉਹਦੇ ਤੁਹਾਨੂੰ ਪ੍ਰੋਪਰ ਨੌਲੇਜ ਪੂਰੀ ਹੋਣੀ ਚਾਹੀਦੀ ਹੈ। ਠੀਕ ਹੈ, ਜਿਹੜਾ ਬੰਦਾ ਟੈਸਟਿੰਗ ਕਰੂਗਾ ਉਹ ਡਿਵੈਲਪਮੈਂਟ ਦਾ
ਹਿੱਸਾ ਹੋਣਾ ਚਾਹੀਦਾ, ਪਰ ਖੁਦ ਡਿਵੈਲਪਰ ਨਹੀਂ ਹੋਣਾ ਚਾਹੀਦਾ, ਆਪਾਂ ਅਵੋਇਡ ਕਰਦੇ ਹਾਂ। ਡਿਵੈਲਪਮੈਂਟ ਦਾ ਉਹ ਹਿੱਸਾ ਹੋਣਾ ਚਾਹੀਦਾ, ਮਤਲਬ ਉਹਨੂੰ ਪਤਾ ਹੋਣਾ ਚਾਹੀਦਾ ਵੀ ਡਿਵੈਲਪਮੈਂਟ ਹੁੰਦੀ ਕਿੱਦਾਂ ਹੈ, ਯਾਨੀ ਕਿ ਕਿਹੜੀ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕੀਤੀ ਹੈ, ਕਿਹੜਾ ਆਪਾਂ ਪ੍ਰੋਸੈਸ ਫੋਲੋ ਕੀਤਾ, ਉਹ ਉਹਨੂੰ ਪਤਾ ਹੋਣਾ ਚਾਹੀਦਾ। ਪਰ ਖੁਦ ਡਿਵੈਲਪਰ ਨੂੰ ਤੁਸੀਂ ਟੈਸਟਿੰਗ ਦੇ ਉੱਤੇ ਅਸੀਂ ਅਵੋਇਡ ਕਰਦੇ ਹਾਂ। ਇਟ ਇਜ਼ ਬਿਕੋਜ਼ ਆਫ ਬਾਇਸਡ ਨੇਚਰ। ਹਿਊਮਨ ਦੀ ਬਾਇਸਡ ਨੇਚਰ ਹੁੰਦੀ ਹੈ। ਅਗਰ ਮੈਂ ਖੁਦ ਪ੍ਰੋਗਰਾਮ ਬਣਾਇਆ ਹੋਊਗਾ ਤਾਂ ਮੈਂ ਕੋਸ਼ਿਸ਼ ਕਰਾਂਗੇ ਵੀ ਉਹਦੇ ਵਿੱਚ ਗਲਤੀ ਮੈਂ ਨਾ ਹੀ ਕੱਢਾਂ, ਠੀਕ ਹੈ। ਪਰ ਅਗਰ ਮੈਂ ਖੁਦ ਪ੍ਰੋਗਰਾਮ ਬਣਾਵਾਂਗਾ, ਮੇਰਾ ਕੋਈ ਸਾਥੀ ਹੈ ਜਿਹੜਾ ਮੇਰੇ ਨਾਲ ਇਨਵੋਲਵ ਸੀਗਾ, ਹੁਣ ਉਹਨੂੰ ਕੋਈ ਕਹੇਗਾ ਕਿ ਵੀ ਇਸ ਦੇ ਕੰਮ 'ਚ ਗਲਤੀ ਕੱਢ, ਅਤੇ ਉਹ ਸ਼ਾਇਦ ਕੱਢ ਵੀ ਦੇਵੇ, ਠੀਕ ਹੈ। ਵੀ ਆਪਾਂ ਆਪਣੇ ਕੰਮ ਦੇ ਉੱਤੇ ਗਲਤੀ ਘੱਟ ਕੱਢਦੇ, ਇਸ ਕਰਕੇ ਅਸੀਂ ਬਾਇਸਡ ਨੇਚਰ ਹੁੰਦੀ। ਬਿਕੋਜ਼ ਆਫ ਦੈਟ ਆਪਾਂ ਡਿਵੈਲਪਰ ਨੂੰ ਨੋਰਮਲੀ ਟੈਸਟਰ ਨਹੀਂ ਲੈਂਦੇ, ਪਰ ਡਿਵੈਲਪਮੈਂਟ ਦੇ ਵਿੱਚ ਟੈਸਟਿੰਗ ਵਾਲਾ ਬੰਦਾ ਇਨਵੋਲਵ ਜ਼ਰੂਰ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਉਹਨੇ ਮੇਨ ਉਹਦਾ ਕੰਮ ਕੀ ਹੈ ਕਿ ਸਿਸਟਮ ਜਿਹੜਾ ਐਰਰ ਫਰੀ ਹੋਣਾ ਚਾਹੀਦਾ, ਯੂਜ਼ਰ ਦੀ ਰਿਕੁਆਇਰਮੈਂਟ ਫੁਲਫਿਲ ਹੋਣੀਆਂ ਚਾਹੀਦੀਆਂ, ਠੀਕ ਹੈ। ਔਰ ਉਹਨੂੰ ਬਜਟ ਦੇ ਦੌਰਾਨ ਔਰ ਸ਼ਡਿਊਲ, ਮਤਲਬ ਟੈਸਟਿੰਗ ਕਰਨ ਨੂੰ ਇਹ ਨਹੀਂ ਹੈ ਵੀ ਉਹਨੇ ਡਿਵੈਲਪ ਕਰਨ ਨੂੰ ਤੁਸੀਂ 1 ਮਹੀਨਾ ਲਾਇਆ, ਟੈਸਟਿੰਗ ਨੂੰ 2 ਮਹੀਨੇ ਲਾਤੇ, ਠੀਕ ਹੈ। ਇੱਕ ਪ੍ਰੋਪਰ ਸ਼ਡਿਊਲ ਹੁੰਦਾ ਹੈ, ਇੱਕ ਬਜਟ ਹੁੰਦਾ, ਤੁਸੀਂ ਉਸ ਬਜਟ ਔਰ ਉਸ ਸ਼ਡਿਊਲ ਦੇ ਅੰਦਰ ਹੀ ਟੈਸਟਿੰਗ ਕਰਨੀ ਹੁੰਦੀ ਹੈ, ਠੀਕ ਹੈ। ਸੋ ਹੁਣ ਜਿੱਦਾਂ ਇਹਨਾਂ ਨੇ ਲਿਖਿਆ ਵੀ ਹੋਇਆ ਬੁੱਕ 'ਚ ਵੀ, ਟੂ ਅਵੋਇਡ ਦਾ ਪ੍ਰੋਬਲਮ ਦ ਟਾਸਕ ਆਫ ਟੈਸਟਿੰਗ ਇਜ਼ ਡਿਜ਼ਾਈਨ ਟੂ ਐਨ ਇੰਡੀਪੈਂਡੈਂਟ। ਹੁਣ ਆਪਾਂ ਇੰਡੀਪੈਂਡੈਂਟ ਟੈਸਟ ਗਰੁੱਪ ਨੂੰ ਹੀ ਕਿਉਂ ਦੇ ਰਹੇ ਹਾਂ, ਤਾਂ ਕਿ ਉਹ ਉਹਨਾਂ ਐਰਰਸ ਨੂੰ ਨਿਗਲੈਕਟ ਨਾ ਕਰਨ, ਓਵਰ ਰੂਲ ਨਾ ਕਰਨ, ਜਾਂ ਕਹਿ ਲਓ ਉਹਨਾਂ ਨੂੰ ਦੇਖਣ ਹੀ ਨਾ ਜਿਹੜੇ ਡਿਵੈਲਪਰ ਨੇ ਕੀਤੇ ਹੋਣ। ਮਤਲਬ ਅਗਰ ਤੁਸੀਂ ਡਿਵੈਲਪਰ ਨੂੰ ਹੀ ਟੈਸਟਰ ਬਣਾ ਦੋਗੇ ਤਾਂ ਉਹਨੂੰ ਪਤਾ ਹੀ ਨਹੀਂ ਹੋਣਾ ਵੀ ਮੈਂ ਕਿਹੜੀ ਗਲਤੀ ਕੀਤੀ ਹੈ, ਜਾਂ ਅਗਰ ਉਹਨੂੰ ਪਤਾ ਵੀ ਹੋਇਆ ਤਾਂ ਉਹਨੇ ਉਹਨੂੰ ਛੱਡ ਦੇਣਾ ਵੀ ਸ਼ਾਇਦ ਉਹ ਇਹ ਗਲਤੀ ਨਾ ਹੋਵੇ, ਠੀਕ ਹੈ। ਸੋ ਇਸ ਕਰਕੇ ਆਪਾਂ ਹਮੇਸ਼ਾ ITG ਯਾਨੀ ਕਿ ਇੰਡੀਪੈਂਡੈਂਟ ਟਾਸਕ ਟੈਸਟਿੰਗ ਗਰੁੱਪ ਜਿਹੜਾ ਅਲੱਗ ਤੋਂ ਬਣਾਉਂਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਇਹਦੇ ਫਾਇਦੇ ਕੀ ਹੈ ਕਿ ਅਗਰ ਤੁਸੀਂ ਹੁਣ ਇੰਡੀਪੈਂਡੈਂਟ ਗਰੁੱਪ ਬਣਾਇਆ ਤਾਂ ਉਹਦੇ ਫਾਇਦੇ ਕੀ ਹੋਣਗੇ, ਠੀਕ ਹੈ। ਇਹ 'ਚ ਤੁਸੀਂ ਮੋਰ ਐਫੀਸ਼ੀਐਂਟਲੀ, ਜ਼ਿਆਦਾ ਸਹੀ ਢੰਗ ਨਾਲ ਜਿਹੜਾ ਟੈਸਟਰ ਉਹ ਆਪਣਾ ਕੰਮ ਕਰੂਗਾ, ਠੀਕ ਹੈ। ਨੋਰਮਲੀ ਕੀ ਹੁੰਦਾ ਕਿ ਜਦੋਂ ਇੱਕ ਪ੍ਰੋਗਰਾਮ, ਕਿਉਂਕਿ ਟੈਸਟਰ ਨੇ ਜਦੋਂ ਟੈਸਟਿੰਗ ਕੀਤੀ ਅਤੇ ਉਹਨੇ ਕੀ ਹੁੰਦਾ, ਉਹਨੇ ਕੁਛ ਸੈੱਟ ਆਫ ਇਨਪੁਟਸ ਦਿੱਤੀਆਂ ਹੁੰਦੀਆਂ, ਉਹਦੇ ਬੇਸਿਸ 'ਤੇ ਐਰਰ ਆਉਂਦਾ। ਅਗਰ ਉਹਦੇ ਬੇਸਿਸ 'ਤੇ ਐਰਰ ਆਉਂਦਾ ਹੈ ਅਤੇ ਉਹਨੂੰ ਸੋਲਵ ਕਰਨਾ ਵੀ ਟੈਸਟਰ ਨੂੰ ਆਉਂਦਾ ਹੁੰਦਾ ਵੀ ਇਹਨੂੰ ਸੋਲਵ ਕਿਵੇਂ ਕਰਨਾ, ਠੀਕ ਹੈ। ਸੋ ਇਹਦੇ ਨਾਲ ਇਹ ਵੀ ਪਤਾ ਲੱਗ ਜਾਂਦਾ ਕਿ ਤੁਹਾਡਾ ਸੋਫਟਵੇਅਰ ਜਿਹੜਾ ਕਿੰਨਾ ਕੁ ਰਿਲਾਇਬਲ ਹੈ, ਠੀਕ। ਇਹ ਹੋ ਗਈ ਇਹਦੀ ਇੱਕ ਐਡਵਾਂਟੇਜ। ਦੂਸਰੀ ਇਹਦੀ ਆਪਾਂ ਡਿਸਐਡਵਾਂਟੇਜ ਦੇਖਦੇ ਹਾਂ, ਠੀਕ ਹੈ। ਇਹਦੀ ਡਿਸਐਡਵਾਂਟੇਜ ਕੀ ਹੋ ਸਕਦੀ, ਇੱਕ ਤਾਂ ਫਾਇਦੇ ਤਾਂ ਆਪਾਂ ਦੇਖ ਲਏ ਕਿ ਐਫੀਸ਼ੀਐਂਟਲੀ ਕੰਮ ਕਰੂਗਾ, ਅਗਰ ਉਹਦੀ ਕੋਈ ਵਿੱਚ ਪ੍ਰੋਬਲਮ ਆਈ ਉਹਨੂੰ ਸੋਲਵ ਵੀ ਕਰ ਲੂਗਾ। ਉਸ ਤੋਂ ਬਾਅਦ ਰਿਲਾਇਬਿਲਿਟੀ, ਤੁਹਾਡੇ ਸੋਫਟਵੇਅਰ ਦੀ ਚੈੱਕ ਕਰ ਦੂਗਾ ਵੀ ਹਾਂ ਤੁਹਾਡਾ ਸੋਫਟਵੇਅਰ ਰਿਲਾਇਬਲ ਹੈ ਜਾਂ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਡਿਸਐਡਵਾਂਟੇਜ ਕੀ ਹੈ ਤੁਹਾਡੀ, ਡੁਪਲੀਕੇਸ਼ਨ ਐਫਰਟ ਹੋ ਸਕਦੇ। ਡੁਪਲੀਕੇਟ ਐਫਰਟਸ ਦਾ ਮਤਲਬ ਇੱਥੇ ਕੀ ਹੈ ਕਿ ਜਿਹੜਾ ਤੁਹਾਡਾ ਡਿਵੈਲਪਰ ਹੈ ਉਹਨੂੰ ਤਾਂ ਸਭ ਕੁਛ ਆਲਰੇਡੀ ਪਤਾ। ਅਗਰ ਤੁਹਾਡਾ ਟੈਸਟਿੰਗ ਵਾਲਾ ਬੰਦਾ ਡਿਵੈਲਪਮੈਂਟ ਦੇ ਵਿੱਚੋਂ ਹੀ ਹੈ ਫਿਰ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਡਿਵੈਲਪ ਵੀ ਕਰਦੇ ਹਾਂ ਨਾ, ਡਿਵੈਲਪਰ ਜਦੋਂ ਖੁਦ, ਜਿੱਦਾਂ ਮੰਨ ਲਓ ਮੈਂ ਕੋਈ ਪ੍ਰੋਗਰਾਮ ਬਣਾਉਂਦਾ, ਕੋਸ਼ਿਸ਼ ਮੈਂ ਕਰਦਾ ਕਿ ਮੈਂ ਉਹਦੇ ਉੱਤੇ ਸਾਰੇ ਟੈਸਟ ਖੁਦ ਹੀ ਲਗਾ ਲਵਾਂ। ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਹਰ ਡਿਵੈਲਪਰ ਦੀ। ਪਰ ਹੋ ਸਕਦਾ ਅਸੀਂ ਕੁਛ ਛੱਡ ਵੀ ਦਈਏ, ਮਤਲਬ 2 ਵੇ ਹੈ ਪ੍ਰੋਬਲਮ ਇਹ, ਕਿ ਹੋ ਸਕਦਾ ਮੈਂ ਕੁਛ ਟੈਸਟ ਜਿਹੜੇ ਛੱਡ ਦੇਵਾਂ, ਹੋ ਸਕਦਾ ਮੈਂ ਸਾਰੇ ਟੈਸਟ ਕੀਤੇ ਹੋਣ। ਅਗਰ ਉਹੀ ਟੈਸਟਰ ਵਾਲੇ ਟੈਸਟਿੰਗ ਵਾਲੀ ਟੀਮ ਦੁਬਾਰਾ ਕਰੂਗੀ ਤਾਂ ਉਹ ਡੁਪਲੀਕੇਸ਼ਨ ਆਫ ਐਫਰਟਸ ਹੈ, ਦੁਬਾਰਾ ਉਹ ਸਾਰੇ ਕੰਮ ਉਹ ਕਰ ਰਿਹਾ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਕਿ ਇੱਕ ਪ੍ਰੋਬਲਮ ਆ ਸਕਦੀ ਕਿ ਅਗਰ ਉਹਨਾਂ ਨੂੰ ਇੱਥੇ ਲਿਖਿਆ ਹੁੰਦਾ ਵਰਡ ਨਾਟ ਫਿਜ਼ੀਕਲੀ ਕੋਲੋਕੇਟਡ। ਫਿਜ਼ੀਕਲੀ ਕੋਲੋਕੇਟਡ ਦਾ ਮਤਲਬ ਕੀ ਹੈ ਕਿ ਸੇਮ ਲੋਕੇਸ਼ਨ 'ਤੇ ਹੋਣਾ, ਠੀਕ ਹੈ। ਕਿ ਤੁਹਾਡੀ ਜਿਹੜੀ ਟੈਸਟਿੰਗ ਟੀਮ ਹੈ ਉਹ ਹੋ ਸਕਦਾ ਕਿਤੇ ਹੋਰ ਬੈਠੀ ਹੋਵੇ, ਡਿਜ਼ਾਈਨਿੰਗ ਵਾਲੀ ਜਾਂ ਤੁਹਾਡੀ ਡਿਵੈਲਪਮੈਂਟ ਵਾਲੀ ਟੀਮ ਕਿਤੇ ਹੋਰ ਬੈਠੀ ਹੋਵੇ, ਔਰ ਉਹ ਇਕੱਠੇ ਨਾ ਬੈਠਦੇ ਹੋਣ। ਉਸ ਕੇਸ 'ਚ ਉਹਨਾਂ ਦੇ ਆਪਸ 'ਚ ਕੋਆਰਡੀਨੇਸ਼ਨ 'ਚ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ। ਲਾਸਟ ਜਿਹੜੀ ਤੁਹਾਡੀ ਕੋਸਟ ਹੈ ਉਹ ਤੁਹਾਡੀ ਇਨਕਰੀਜ਼ ਹੋ ਸਕਦੀ ਹੈ, ਠੀਕ ਹੈ। ਅਦਰ ਕੁਛ ਹੋਰ ਜਿਹੜੇ ਪੁਆਇੰਟਸ ਹੈਗੇ ਉਹ ਹੈਗੇ, ਜਿਵੇਂ ਤੁਸੀਂ ਵੀ ਤੁਹਾਡੇ ਕੋਲ ਟਾਈਮ ਕਿੰਨਾ ਹੈ, ਟੈਸਟਿੰਗ ਤੁਸੀਂ ਉਹ ਥੋੜ੍ਹਾ ਧਿਆਨ ਰੱਖਣਾ ਹੁੰਦਾ ਹੈ ਕਿ ਟੈਸਟਰਸ ਨੂੰ ਟ੍ਰੇਨਿੰਗ ਹੈ, ਮਤਲਬ ਉਹਨਾਂ ਨੂੰ ਪ੍ਰੋਪਰ ਪਤਾ ਵੀ ਆਪਾਂ ਟੈਸਟ ਕਰਨੇ ਕਿੱਦਾਂ ਹੈ, ਠੀਕ ਹੈ। ਉਹਨਾਂ ਦਾ ਐਟੀਟਿਊਡ ਕੀ ਹੈ। ਕਈ ਵਾਰੀ ਟੈਸਟਰ ਕੀ ਹੁੰਦੇ ਉਹ ਆਪਾਂ ਕਹਿੰਦੇ ਵੀ ਕੋਈ ਗਲਤੀ ਨਾ ਹੋਵੇ, ਜਾਣ ਬੁੱਝ ਕੇ ਗਲਤੀ ਲਿਖ ਕੇ ਦੇਣੀ ਵੀ ਇਹ ਹੈ ਗਲਤੀ। ਤੁਹਾਨੂੰ ਨੇਮ ਉਹਨਾਂ ਨੇ ਕਹਿਤਾ ਵੀ ਨੇਮ ਤੁਸੀਂ ਜੀ ਐਂਟਰ ਕਰਨਾ ਹੈ ਅਲਫਾਬੈਟ 'ਚ, ਉਹ ਕਹਿੰਦਾ ਮੈਂ ਕਰਨਾ ਹੀ ਨਿਊਮੈਰਿਕ 'ਚ ਹੈ, ਮਤਲਬ ਉਹ ਜ਼ਬਰਦਸਤੀ ਦੀ ਹੈ। ਐਟੀਟਿਊਡ ਤੁਸੀਂ ਦੇਖ ਸਕਦੇ ਹੋ। ਵੈਸੇ ਹੁੰਦਾ ਤਾਂ ਨਹੀਂ, ਸਿਰਫ ਐਗਜ਼ਾਮਪਲ ਸਮਝਾਉਣ ਦੇ ਤੌਰ 'ਤੇ ਹੈ, ਠੀਕ ਹੈ। ਉਸ ਦਾ ਰਿਲੇਸ਼ਨਸ਼ਿਪ ਬਿਟਵੀਨ ਟੈਸਟਰ, ਔਰ ਅਗਰ ਉਹਨਾਂ ਦੇ ਆਪਸ 'ਚ ਰਿਲੇਸ਼ਨਸ਼ਿਪ ਵਧੀਆ ਹੈ ਤਾਂ ਫਿਰ ਕੋਆਰਡੀਨੇਟਲੀ ਕੰਮ ਕਰ ਲੈਂਦੇ। ਅਦਰਵਾਈਜ਼ ਡਿਵੈਲਪਰ ਨੂੰ ਇਹ ਲੱਗਦਾ ਕਿ ਜਾਣ ਬੁੱਝ ਕੇ ਮੇਰੀ ਗਲਤੀ ਕੱਢ ਰਿਹਾ ਜਿਹੜਾ ਟੈਸਟਰ ਹੈ, ਤਾਂ ਉਹ ਹੋ ਸਕਦਾ ਉਹਨਾਂ ਕੋਆਰਡੀਨੇਟ ਨਾ ਕਰੇ, ਠੀਕ ਹੈ।